ਬਾਬਾ ਜੀ ਪਿੰਡ ਧਨੌਲੇ ਪਹੁੰਚੇ ਤੇ ਬਾਹਰ ਬ੍ਰਿਸ਼ ਦੇ ਹੇਠਾਂ ਆਸਣ ਲਾਇਆ। ਪਿੰਡ ਦੇ ਲੋਕ ਵੀ ਇੱਧਰ ਸ਼ਾਮ ਮੰਨਣ ਵਾਸਤੇ ਆ ਰਹੇ ਸਨ। ਹਰ ਤਰ੍ਹਾਂ ਦੇ ਲੋਕ ਹੁੰਦੇ ਹਨ, ਇਸ ਲਈ ਬਾਬਾ ਜੀ ਨੂੰ ਕਿਸੇ ਨੇ ਮੱਥਾ ਟੇਕਿਆ, ਕਿਸੇ ਨੇ ਨਾ ਟੇਕਿਆ। ਆਪਸ ਵਿੱਚ ਬੈਠ ਕੇ ਗੱਪਾਂ ਮਾਰਦੇ ਹਨ। ਗਰਮੀ ਦਾ ਮੌਸਮ ਹੈ, ਗਰਮ ਹਵਾ ਹੈ, ਸਿਖਰ ਦੁਪਹਿਰ ਹੈ। ਬਾਬਾ ਜੀ ਨੂੰ ਜਲ ਛਕਣ ਦਾ ਫੁਰਨਾ ਹੋਇਆ ਤੇ ਪੁੱਛਣ ਲੱਗੇ, ਭਾਈ ਪਿਆਰਿਓ, ਜਲ ਛਕਣਾ ਸੀ, ਕਿੱਥੋਂ ਮਿਲੇਗਾ? ਬਾਕੀ ਤਾਂ ਅਜੇ ਬੋਲੇ ਨਾ। ਵਿੱਚੋਂ ਇੱਕ ਟਿੱਚਰ ਕਰਕੇ ਇੱਕ ਟੋਆ ਗੰਦੇ ਪਾਣੀ ਦਾ ਭਰਿਆ ਹੋਇਆ ਸੀ, ਉਸ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, ਇੱਥੇ ਇਹੋ ਪਾਣੀ ਹੈ, ਇਹੋ ਪੀ ਲਓ, ਹੋਰ ਪਾਣੀ ਨਹੀਂ ਹੈ। ਬਾਬਾ ਜੀ ਉਹਦੀ ਗੱਲ ਸੁਣ ਕੇ ਕਹਿਣ ਲੱਗੇ, ਇਹ ਪਾਣੀ ਤਾਂ ਤੁਹਾਡੇ ਵਾਸਤੇ ਰੱਖਿਆ ਹੈ, ਇਹ ਝੂਠਾ ਥੋੜ੍ਹੀ ਕਰਨਾ। ਉਹਨਾਂ ਵਿੱਚੋਂ ਇੱਕ ਸਿਆਣਾ ਬੰਦਾ ਬੈਠਾ ਸੀ। ਉਹ ਸਮਝ ਗਿਆ ਕਿ ਇਹ ਮਹਾਂਪੁਰਖਾਂ ਨੂੰ ਮਖੌਲ ਕਰ ਰਿਹਾ ਹੈ ਅਤੇ ਮਖੌਲ ਕਰਨਾ ਚੰਗਾ ਨਹੀਂ ਹੁੰਦਾ। ਸੰਤਨ ਸੇਤੀ ਮਸਕਰੀ, ਕੁਲ ਡੋਬਣ ਕੀ ਰੀਤ, ਭਾਗਵਾਨ ਸੇਵਾ ਕਰੇ ਤੇ ਹੁਜਤਾਂ ਕਰੇ ਪਲੀਤ। ਜਿਵੇਂ ਨਦੀ ਕਿਨਾਰੇ ਮਹਾਤਮਾ ਬੈਠੇ ਸਨ, ਕੁਝ ਬੱਚੇ ਖੇਡ ਰਹੇ ਸਨ, ਐਵੇਂ ਮਨ ਨੂੰ ਮਖੌਲ ਆਇਆ। ਇੱਕ ਬੱਚੇ ਦੇ ਪੇਟ ਉੱਪਰ ਕੜਾਹੀ ਬੰਨ੍ਹ ਕੇ ਅਤੇ ਉਸਨੂੰ ਲੜਕੀਆਂ ਵਾਲੇ ਕੱਪੜੇ ਪਵਾ ਕੇ ਮਹਾਤਮਾ ਦੇ ਸਾਹਮਣੇ ਲੈ ਗਏ ਅਤੇ ਕਹਿਣ ਲੱਗੇ, ਮਹਾਰਾਜ, ਤੁਸੀਂ ਮਹਾਤਮਾ ਅੰਤਰਜਾਮੀ ਹੋ ਤਾਂ ਸਾਨੂੰ ਦੱਸੋ, ਇਹਦੇ ਪੇਟੋਂ ਕੀ ਪੈਦਾ ਹੋਏਗਾ? ਮਹਾਤਮਾ ਨੇ ਇੱਕ ਦੋ ਵਾਰ ਤਾਂ ਟਾਲਿਆ, ਪਰ ਜਦੋਂ ਇਹ ਨਾ ਹੀ ਹਟੇ ਤਾਂ ਕਹਿਣਾ ਪਿਆ, ਇਹਦੇ ਪੇਟੋਂ ਤੁਹਾਡੀ ਕੁੱਲ ਨਾਸ ਕਰਨ ਵਾਲਾ ਪੈਦਾ ਹੋਏਗਾ। ਇਹ ਸਰਾਪ ਮਿਲ ਗਿਆ। ਯਾਦਵਾਂ ਦੇ ਸਾਰੇ ਕੁੱਲ ਹੀ ਆਪਸ ਵਿੱਚ ਲੜ ਕੇ ਖਤਮ ਹੋ ਗਈ। ਇੱਥੋਂ ਤੱਕ ਕਿ ਭਗਵਾਨ ਕ੍ਰਿਸ਼ਨ ਜੀ ਵੀ ਯਾਦਵ ਕੁਲ ਵਿੱਚੋਂ ਹੀ ਸਨ। ਉਹ ਵੀ ਇਸ ਸਰਾਪ ਤੋਂ ਨਾ ਬਚ ਸਕੇ। ਅੱਜ ਬਾਬਾ ਜੀ ਦਾ ਇਹ ਵਚਨ ਸੁਣ ਕੇ ਬਜ਼ੁਰਗ ਨੇ ਉਹਨਾਂ ਨੂੰ ਘੂਰਿਆ ਅਤੇ ਆਖਿਆ, ਮਹਾਤਮਾ ਦੀ ਜੇ ਸੇਵਾ ਨਾ ਕਰ ਸਕੀਏ ਤਾਂ ਉਹਨਾਂ ਨੂੰ ਮਾੜਾ ਵੀ ਨਹੀਂ ਆਖੀਦਾ। ਅਤੇ ਉੱਠ ਕੇ ਉਸਨੇ ਮੱਥਾ ਟੇਕਿਆ ਅਤੇ ਕਹਿਣ ਲੱਗਾ, ਮਹਾਂਪੁਰਸ਼ੋ, ਮੈਂ ਆਪ ਜੀ ਵਾਸਤੇ ਜਲ ਲੈ ਕੇ ਆਉਂਦਾ ਹਾਂ। ਉਹ ਗੁਰਮੁਖ ਘਰ ਗਿਆ, ਜਲ ਲੈ ਕੇ ਛੇਤੀ ਨਾਲ ਪਹੁੰਚਿਆ, ਜਲ ਛਕਾਇਆ। ਬਾਬਾ ਜੀ ਨੇ ਜਲ ਛਕ ਲਿਆ ਅਤੇ ਕੁਝ ਨਹੀਂ ਬੋਲੇ, ਅਡੋਲ ਹੀ ਬੈਠੇ ਰਹੇ। ਸ਼ਾਮ ਨੂੰ ਆਪਣੇ ਸਮੇਂ ਅਨੁਸਾਰ ਸਭ ਉੱਠ ਕੇ ਚਲੇ ਗਏ। ਜਦੋਂ ਅੱਧੀ ਰਾਤ ਪਈ, ਸਭ ਨੂੰ ਤਾਪ ਚੜ੍ਹ ਗਿਆ। ਸਭ ਮੁੱਦੇ ਮੂੰਹ ਹੋਏ, ਉਲਟੀਆਂ ਆਈਆਂ ਬੜੀਆਂ ਭਿਆਨਕ। ਦਿਨ ਚੜ੍ਹਿਆ ਤਾਂ ਉਹ ਗੁਰਮੁਖ ਜਿਸ ਨੇ ਸੇਵਾ ਕੀਤੀ ਸੀ, ਉਹ ਬਿਲਕੁਲ ਠੀਕ ਠਾਕ ਸੀ। ਸਾਰਿਆਂ ਨੂੰ ਕਹਿਣ ਲੱਗਾ, ਕੱਲ੍ਹ ਵਾਲੀ ਗੱਲ ਯਾਦ ਹੈ ਜੋ ਸੰਤਾਂ ਨੂੰ ਮਖੌਲ ਕੀਤਾ ਸੀ? ਉਸ ਦਾ ਹੀ ਫਲ ਮਿਲਿਆ ਹੈ। ਹੁਣ ਵੀ ਚੰਗੀ ਚਾਹੁੰਦੇ ਹੋ ਤਾਂ ਜਾ ਕੇ ਚਰਨੀ ਪੈ ਜਾਓ ਅਤੇ ਭੁੱਲ ਬਖਸ਼ਾ ਲਓ। ਸਾਰੇ ਉਹਦੇ ਕਹੇ ਤੇ ਬਾਬਾ ਜੀ ਕੋਲੋਂ ਮਾफ़ੀ ਮੰਗਣ ਲੱਗੇ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਤੁਸੀਂ ਇਸ ਛੱਪੜ ਵਾਲਾ ਪਾਣੀ ਸਭ ਨੂੰ ਪਿਆ ਦਿਓ। ਜਿਹੜਾ ਪੀ ਲਵੇਗਾ ਉਹ ਅਰੋਗ ਹੋ ਜਾਏਗਾ, ਜਿਹੜਾ ਨਫ਼ਰਤ ਕਰੇਗਾ ਉਹ ਬਿਮਾਰ ਹੀ ਰਹੇਗਾ। ਸਾਰਿਆਂ ਨੇ ਸਤ ਬਚਨ ਕੀਤਾ ਅਤੇ ਉਹ ਪਾਣੀ ਪੀਤਾ ਅਤੇ ਅਰੋਗ ਹੋ ਗਏ। ਸਾਰਿਆਂ ਨੇ ਬੇਨਤੀ ਕੀਤੀ, ਜੀ ਹੁਣ ਆਪ ਇੱਥੇ ਹੀ ਰਹੋ, ਅਸੀਂ ਕੁਟੀਆ ਪਾ ਦਿੰਦੇ ਹਾਂ। ਬਾਬਾ ਜੀ ਹੱਸ ਕੇ ਬੋਲੇ, ਨਹੀਂ, ਇੱਥੇ ਨਹੀਂ ਰਹਿਣਾ। ਬਸ ਇੰਨਾ ਹੀ ਸੰਬੰਧ ਸੀ ਤੁਹਾਡੇ ਨਾਲ। ਤੁਹਾਡੇ ਲਈ ਇਹੋ ਹੁਕਮ ਹੈ ਕਿ ਕੋਈ ਲੋੜਵੰਦ ਹੋਵੇ ਉਹਦੀ ਸੇਵਾ ਕਰਿਆ ਕਰੋ। ਇਹ ਉਪਦੇਸ਼ ਦੇ ਕੇ ਬਾਬਾ ਜੀ ਉੱਥੋਂ ਰਵਾਨਾ ਹੋ ਗਏ। ਜ਼ਿਮੀਂਦਾਰ 'ਤੇ ਮਿਹਰਾਂ ਕਰਨੀਆਂ। ਸਾਨੂੰ ਸੰਸਾਰੀ ਜੀਵਾਂ ਨੂੰ ਜੋ ਵੀ ਦੁੱਖ ਸੁੱਖ ਮਿਲਦੇ ਹਨ, ਇਹ ਸਭ ਆਪਣੇ ਕਰਮਾਂ ਦਾ ਫਲ ਹੈ। ਪਰ ਜਦੋਂ ਕਦੇ ਕੋਈ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਅਤੇ ਉਸ ਦੀ ਅਰਦਾਸ ਸੁਣੀ ਜਾਂਦੀ ਹੈ, ਤਾਂ ਨਿਰੰਕਾਰ ਮਹਾਂਪੁਰਸ਼ਾਂ ਦੇ ਰਾਹੀਂ ਕਿਰਪਾ ਕਰਦੇ ਹਨ। ਮਹਾਂਪੁਰਸ਼ਾਂ ਨੇ ਤਾਂ ਭੁੱਖ ਅਤੇ ਨੀਂਦਰ ਨੂੰ ਜਿੱਤਿਆ ਹੋਇਆ ਹੁੰਦਾ ਹੈ, ਪਰ ਜਦੋਂ ਕਦੇ ਕਿਸੇ ਦੇ ਪੁੰਨ ਜਾਗਦੇ ਹਨ ਅਤੇ ਮਹਾਂਪੁਰਖਾਂ ਦੀ ਸੇਵਾ ਦਾ ਸੁਭਾਗ ਬਣਦਾ ਹੈ, ਤਾਂ ਮਹਾਂਪੁਰਖ ਆਪਣੀ ਭੁੱਖ ਦੇ ਬਹਾਨੇ ਕਿਰਪਾ ਕਰ ਜਾਂਦੇ ਹਨ। ਬਾਬਾ ਜੀ ਪਿੰਡ ਧਨੌਲੇ ਤੋਂ ਭਾਈ ਰੂਪੇ ਦੇ ਨਜ਼ਦੀਕ ਪਹੁੰਚੇ। ਨੇੜੇ ਤੇੜੇ ਦੇ ਨਗਰਾਂ ਵਿੱਚੋਂ ਪ੍ਰਸ਼ਾਦਾ ਮੰਗ ਕੇ ਛਕ ਲੈਂਦੇ ਸਨ। ਕਿਸੇ ਇੱਕ ਦੇ ਘਰ ਤੋਂ ਹੀ ਰਸਦ ਲੈਂਦੇ ਸਨ। ਕਿਸੇ ਘਰ ਦਾ ਪੱਕਿਆ ਪ੍ਰਸ਼ਾਦਾ ਵੀ ਛਕ ਲੈਂਦੇ ਸਨ, ਪਰ ਲੈਂਦੇ ਇੱਕ ਘਰ ਤੋਂ ਹੀ ਸਨ। ਕਦੇ ਬਾਹਰ ਜਾ ਕੇ ਬੈਠ ਜਾਂਦੇ। ਇਸ ਤਰ੍ਹਾਂ ਕੁਝ ਸਮਾਂ ਗੁਜ਼ਾਰਿਆ। ਇੱਕ ਦਿਨ ਇੱਕ ਨਗਰ ਵਿੱਚ ਗਏ। ਅੱਗੇ ਜਿਸ ਘਰ ਪਹੁੰਚੇ ਤਾਂ ਉਹ ਘਰ ਜ਼ਿਮੀਂਦਾਰ ਮੱਝ ਨੂੰ ਜੂੜ ਪਾ ਕੇ ਕੁੱਟ ਰਿਹਾ ਸੀ, ਕਿਉਂਕਿ ਉਹ ਦੁੱਧ ਦੇਣ ਵੇਲੇ ਹਿਲਦੀ ਸੀ। ਬਾਬਾ ਜੀ ਬੂਹੇ ਅੱਗੇ ਜਾ ਖਲੋਤੇ। ਜ਼ਿਮੀਂਦਾਰ ਦੇ ਘਰ ਵਾਲੀ ਆਟਾ ਦੇਣ ਲੱਗੀ ਤਾਂ ਬਾਬਾ ਜੀ ਨੇ ਆਖਿਆ, ਅਸੀਂ ਦੁੱਧ ਛਕਣਾ ਹੈ। ਬਾਬਾ ਜੀ ਦੀ ਇਹ ਗੱਲ ਜ਼ਿਮੀਂਦਾਰ ਨੇ ਸੁਣ ਲਈ ਅਤੇ ਕਹਿਣ ਲੱਗਾ, ਇਹ ਕੌਣ ਹੈ ਦੁੱਧ ਮੰਗਣ ਵਾਲਾ? ਘਰ ਵਾਲੀ ਨੇ ਆਖਿਆ, ਇੱਕ ਸੰਤ ਹੈ। ਤਾਂ ਉਹ ਜ਼ਿਮੀਂਦਾਰ ਬਾਹਰ ਆਇਆ ਅਤੇ ਬੇਨਤੀ ਕੀਤੀ, ਜੇ ਸਾਡੀ ਤਾਂ ਮੱਝ ਦੁੱਧ ਹੀ ਨਹੀਂ ਦੇ ਰਹੀ, ਬਹੁਤ ਜ਼ੋਰ ਲਾ ਥੱਕੇ ਹਾਂ। ਬਾਬਾ ਜੀ ਹੱਸੇ ਅਤੇ ਕਹਿਣ ਲੱਗੇ, ਹੁਣ ਚੋ। ਜ਼ਿਮੀਂਦਾਰ ਨੇ ਸਤ ਬਚਨ ਕਰਕੇ ਬਾਬਾ ਜੀ ਨੂੰ ਮੰਜਾ ਡਾਹ ਦਿੱਤਾ ਅਤੇ ਆਪ ਮੱਝ ਨੂੰ ਥਾਪੀ ਮਾਰ ਕੇ ਥੱਲੇ ਬੈਠ ਗਿਆ। ਮੱਝ ਨੇ ਜਿੰਨੇ ਡੰਗ ਦੁੱਧ ਨਹੀਂ ਸੀ ਦਿੱਤਾ, ਉਹ ਸਾਰਾ ਹੀ ਦੇ ਦਿੱਤਾ। ਜ਼ਿਮੀਂਦਾਰ ਨੇ ਬਾਲਟੀ ਭਰ ਕੇ ਬਾਬਾ ਜੀ ਦੇ ਅੱਗੇ ਲਿਆ ਰੱਖਿਆ ਅਤੇ ਬੇਨਤੀ ਕੀਤੀ, ਜੀ ਆਪ ਛਕੋ। ਪਰ ਬਾਬਾ ਜੀ ਨੇ ਥੋੜ੍ਹਾ ਲੈ ਕੇ ਛਕ ਲਿਆ। ਇਸ ਪਰਿਵਾਰ ਦੇ ਭਾਗ ਚੰਗੇ ਸਨ ਜੋ ਉਹਨਾਂ ਨੇ ਬਾਬਾ ਜੀ ਦਾ ਹੁਕਮ ਮੰਨਿਆ ਅਤੇ ਸ਼ਰਧਾ ਰੱਖੀ, ਅਤੇ ਹੁਣ ਹੋਰ ਵੀ ਅੱਖਾਂ ਖੁੱਲ੍ਹ ਗਈਆਂ।
ਬਾਬਾ ਜੀ ਜਦੋਂ ਤੁਰਨ ਲੱਗੇ ਤਾਂ ਜ਼ਿਮੀਂਦਾਰ ਦੀ ਘਰ ਵਾਲੀ ਹੱਥ ਜੋੜ ਕੇ ਖਲੋ ਗਈ। ਬਾਬਾ ਜੀ ਨੇ ਪੁੱਛਿਆ, ਕੀ ਇੱਛਾ ਹੈ? ਬੇਨਤੀ ਕੀਤੀ, ਜੀ ਸਾਡੇ ਘਰ ਦੁੱਧ ਅਤੇ ਪੁੱਤ ਦੀ ਕਮੀ ਹੈ। ਬਾਬਾ ਜੀ ਨੇ ਪੁੱਛਿਆ, ਕੁਝ ਪੜ੍ਹੀ ਹੈ? ਬੇਨਤੀ ਕੀਤੀ, ਜੀ ਮੇਰੀ ਮਾਤਾ ਨੇ ਮੈਨੂੰ ਗੁਰਮੁਖੀ ਪੜ੍ਹਾਈ ਹੈ। ਪੁੱਛਿਆ, ਤੇਰੇ ਕੋਲ ਗੁਰਬਾਣੀ ਦੀ ਕੋਈ ਪੋਥੀ ਹੈ? ਉਹ ਅੰਦਰੋਂ ਜਾ ਕੇ ਰੁਮਾਲ ਵਿੱਚ ਲਪੇਟੀ ਹੋਈ ਪੋਥੀ ਲੈ ਕੇ ਆ ਗਈ। ਬਾਬਾ ਜੀ ਨੇ ਜਦੋਂ ਰੁਮਾਲ ਖੋਲ੍ਹਿਆ ਤਾਂ 5 ਗ੍ਰੰਥੀ ਸੀ। ਬਾਬਾ ਜੀ ਨੇ ਬਚਨ ਕੀਤਾ, ਇਸ ਦਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਿਆ ਕਰ ਤੇ ਤੇਰਾ ਪਤੀ ਸੁਣਿਆ ਕਰੇ। ਪੋਥੀ ਦਾ ਸਤਿਕਾਰ ਕਰਨਾ, ਪੋਥੀ ਨੂੰ ਉੱਚੇ ਅਸਥਾਨ 'ਤੇ ਰੁਮਾਲ ਲਪੇਟ ਕੇ ਰੱਖਣਾ, ਸਭ ਠੀਕ ਹੋ ਜਾਵੇਗਾ। ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ। ਇਤਨਾ ਬਚਨ ਕਹਿ ਕੇ ਬਾਬਾ ਜੀ ਉੱਥੋਂ ਚਲੇ ਗਏ। ਅਜੇ ਥੋੜ੍ਹੀ ਦੂਰ ਹੀ ਗਏ ਸਨ ਕਿ ਘਰ ਵਾਲਾ ਭੱਜ ਕੇ ਆਇਆ ਤੇ ਪੁੱਛਣ ਲੱਗਾ, ਜੀ ਕਦੇ ਆਪ ਦੇ ਦਰਸ਼ਨ ਕਰਨੇ ਹੋਣ ਤਾਂ ਕਿੱਥੇ ਹੋ ਸਕਦੇ ਹਨ? ਬਾਬਾ ਜੀ ਹੱਸ ਕੇ ਕਹਿਣ ਲੱਗੇ, ਬਸ ਇਸ ਤਰ੍ਹਾਂ ਹੀ ਕਦੀ ਮਿਲ ਪਵਾਂਗੇ। ਇੱਕ ਸੰਤ ਨੂੰ ਮਨ ਦੀ ਸ਼ਾਂਤੀ ਬਖਸ਼ਣੀ। ਇੱਕ ਵਾਰ ਬਾਬਾ ਜੀ ਬਾਹਰ ਬੈਠੇ ਸਨ। ਇੱਕ ਵੱਡੀ ਉਮਰ ਦਾ ਮਹਾਤਮਾ ਆਪ ਜੀ ਪਾਸ ਆਇਆ ਤੇ ਨਮਸਕਾਰ ਕਰਕੇ ਬੈਠ ਗਿਆ। ਆਪ ਨੇ ਪੁੱਛਿਆ, ਸੰਤ ਜੀ ਕਿੱਥੋਂ ਆਏ ਹੋ? ਕੀ ਨਾਮ ਹੈ? ਮਹਾਤਮਾ ਬੋਲੇ, ਜੀ ਰਮਤਾ ਹੀ ਰਹਿੰਦਾ ਹਾਂ, ਫਿਰਦਾ ਤੁਰਦਾ ਇੱਧਰ ਆ ਨਿਕਲਿਆ ਹਾਂ। ਮੇਰਾ ਨਾਮ ਗੰਗਾ ਰਾਮ ਹੈ। ਮੈਂ ਕੁਝ ਪ੍ਰਸ਼ਨ ਪੁੱਛਣੇ ਹਨ। ਆਪ ਬੋਲੇ, ਪੁੱਛ ਲੈ। ਉਹ ਕਹਿਣ ਲੱਗਾ, ਜੀਵ ਦਾ ਮਨ ਸਦਾ ਦੁੱਖ ਸੁੱਖ ਦੇ ਚੱਕਰ ਵਿੱਚ ਰਹਿੰਦਾ ਹੈ। ਇਸ ਵਿੱਚੋਂ ਕਿਸ ਤਰ੍ਹਾਂ ਨਿਕਲਾਂ? ਹਰ ਵੇਲੇ ਮਨ ਨੂੰ ਇੱਕੋ ਜਿਹਾ ਆਨੰਦ ਕਿਵੇਂ ਰਹੇ? ਇਹ ਗੱਲਾਂ ਮੈਂ ਗ੍ਰੰਥਾਂ ਵਿੱਚੋਂ ਪੜ੍ਹੀਆਂ ਹਨ, ਪਰ ਮਨ 'ਤੇ ਨਹੀਂ ਘਟੀਆਂ। ਸੋ ਅਵਸਥਾ ਮੈਨੂੰ ਕਿਸੇ ਤਰੀਕੇ ਨਾਲ ਮਿਲ ਸਕਦੀ ਹੈ? ਬਾਬਾ ਜੀ ਕਹਿਣ ਲੱਗੇ, ਹਾਂ ਹੋ ਸਕਦੀ ਹੈ। ਪਹਿਲਾਂ ਇਸ ਨਗਰ ਵਿੱਚ ਜਾ ਕੇ ਇੱਕ ਘੜਾ ਮੰਗ ਕੇ ਲਿਆ। ਉਹ ਘੜਾ ਲੈ ਆਇਆ। ਫਿਰ ਬੋਲੇ, ਚੱਲ ਕਿਤੇ ਇਸ਼ਨਾਨ ਕਰੀਏ। ਇਸ ਤਰ੍ਹਾਂ ਕਹਿ ਕੇ ਉਸ ਨੂੰ ਨਾਲ ਲੈ ਕੇ ਇੱਕ ਛੱਪੜ ਦੇ ਕੋਲ ਆ ਗਏ। ਬੈਠ ਕੇ ਕਹਿਣ ਲੱਗੇ, ਜਲ ਭਰ ਕੇ ਲਿਆ। ਇਸ ਤਰ੍ਹਾਂ ਉਸਨੇ ਆਪ ਜੀ ਨੂੰ ਇਸ਼ਨਾਨ ਕਰਾਇਆ। ਪਤਾ ਨਹੀਂ ਕਿੰਨੇ ਘੜੇ ਭਰ ਕੇ ਇਸ਼ਨਾਨ ਕਰਾਇਆ। ਇਸ਼ਨਾਨ ਕਰਨ ਤੋਂ ਬਾਅਦ ਉੱਥੋਂ ਉੱਠ ਕੇ ਇੱਕ ਪਾਸੇ ਜਾ ਬੈਠੇ। ਪੁੱਛਣ ਲੱਗੇ, ਤੈਨੂੰ ਬਾਣੀ ਯਾਦ ਹੈ? ਉਹ ਬੋਲਿਆ, ਜਪਜੀ ਸਾਹਿਬ ਯਾਦ ਹੈ। ਆਪ ਬੋਲੇ, ਇੱਥੇ ਬੈਠ ਕੇ ਸੁਣਾ। ਉਸਨੇ ਪਾਠ ਸ਼ੁਰੂ ਕਰ ਦਿੱਤਾ। ਜਿਸ ਵਕਤ ਪਾਠ ਸਮਾਪਤ ਹੋਣ 'ਤੇ ਆਇਆ, ਆਖਰੀ ਪੌੜੀ ਦੀਆਂ ਅਖੀਰਲੀਆਂ ਲਾਈਨਾਂ ਪੜ੍ਹੀਆਂ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਿਰ 'ਤੇ ਹੱਥ ਰੱਖ ਕੇ ਬੋਲੇ, ਜਾਂ ਨਿਹਾਲ ਹੋ ਗਿਆ। 3 ਵਾਰ ਬਚਨ ਕੀਤਾ। ਜਦੋਂ ਪਾਠ ਸਮਾਪਤ ਕੀਤਾ, ਫਿਰ ਮਹਾਤਮਾ ਦੀ ਸਮਾਧੀ ਲੱਗ ਗਈ ਤੇ ਮਨ ਟਿਕ ਗਿਆ। ਕੁਝ ਚਿਰ ਬਾਅਦ ਆਵਾਜ਼ ਦੇ ਕੇ ਬੁਲਾਇਆ ਤਾਂ ਉਹਨਾਂ ਨੇ ਨੇਤਰ ਖੋਲ੍ਹੇ। ਪ੍ਰਸੰਨ ਹੋ ਕੇ ਬੋਲੇ, ਜਾ ਮੌਜ ਕਰ, ਰਿੱਧੀਆਂ ਸਿੱਧੀਆਂ ਤੇਰੇ ਚਰਨਾਂ ਵਿੱਚ ਰਹਿਣਗੀਆਂ। ਮਹਾਂਪੁਰਸ਼ਾਂ ਨਾਲ ਗਿਆਨ ਚਰਚਾ। ਭਾਈ ਰੂਪੇ ਦੇ ਇਲਾਕੇ ਤੋਂ ਚੱਲ ਕੇ ਤੁਰਦੇ ਤੁਰਦੇ ਇੱਕ ਹੋਰ ਜਗ੍ਹਾ ਚਲੇ ਗਏ। ਕੁਝ ਸਮਾਂ ਇੱਥੇ ਟਿਕਣ ਤੋਂ ਬਾਅਦ ਬਾਬਾ ਜੀ ਕੋਲ ਇੱਕ ਸੰਤ ਮੰਡਲੀ ਆ ਗਈ। ਉਹਨਾਂ ਨੇ ਵੀ ਬ੍ਰਿਛ ਹੇਠਾਂ ਡੇਰਾ ਲਾ ਲਿਆ। ਸ਼ਾਮ ਦੇ ਵਕਤ ਜਦੋਂ ਉਹਨਾਂ ਨੇ ਆਪਣਾ ਭੰਡਾਰਾ ਤਿਆਰ ਕੀਤਾ ਤਾਂ ਬਾਬਾ ਜੀ ਨੂੰ ਬੈਠੇ ਦੇਖ ਕੇ ਇੱਕ ਸਾਧੂ ਨੇ ਆਵਾਜ਼ ਦਿੱਤੀ, ਪਰ ਆਪ ਆਪਣੇ ਆਨੰਦ ਵਿੱਚ ਐਸੇ ਮਗਨ ਸਨ ਕਿ ਉਸ ਸਾਧੂ ਦੀ ਆਵਾਜ਼ ਸੁਣੀ ਹੀ ਨਹੀਂ। ਉਹ ਤਾਂ ਆਵਾਜ਼ ਦੇ ਕੇ ਚਲਾ ਗਿਆ ਤੇ ਭੰਡਾਰਾ ਵਰਤਣਾ ਸ਼ੁਰੂ ਹੋ ਗਿਆ। ਭੰਡਾਰਾ ਵਰਤਾਉਣ ਵੇਲੇ ਜਦੋਂ ਮੁਖੀਏ ਸੰਤਾਂ ਦੀ ਇੱਧਰ ਨਿਗਾਹ ਪਈ ਤਾਂ ਆਪ ਨੂੰ ਉੱਥੇ ਆਸਣ 'ਤੇ ਹੀ ਬੈਠੇ ਦੇਖਿਆ। ਉਹਨਾਂ ਇੱਕ ਵਾਰ ਫਿਰ ਸੇਵਾਦਾਰ ਨੂੰ ਭੇਜਿਆ, ਸੰਤਾਂ ਨੂੰ ਬੁਲਾ ਕੇ ਲਿਆਓ। ਸੇਵਾਦਾਰ ਫਿਰ ਦੂਜੀ ਵਾਰ ਬੁਲਾਉਣ ਗਿਆ। ਸੇਵਾਦਾਰ ਨੇ ਫਿਰ ਜਾ ਕੇ ਦੱਸਿਆ, ਜੀ ਉਹ ਤਾਂ ਕੋਈ ਜਵਾਬ ਹੀ ਨਹੀਂ ਦਿੰਦੇ। ਮਹਾਤਮਾ ਨੇ ਕਿਹਾ, ਚਲੋ ਠੀਕ ਹੈ। ਭੰਡਾਰਾ ਵਰਤਾ ਦਿੱਤਾ ਗਿਆ। ਉਸ ਤੋਂ ਬਾਅਦ ਮਹਾਤਮਾ ਨੇ ਰਾਤ ਨੂੰ ਕਈ ਵਾਰ ਉੱਠ ਕੇ ਦੇਖਣ ਦੀ ਕੋਸ਼ਿਸ਼ ਕੀਤੀ। ਆਪ ਆਸਣ 'ਤੇ ਹੀ ਬੈਠੇ ਰਹੇ। ਦਿਨ ਚੜ੍ਹ ਗਿਆ, ਪਰ ਆਪ ਫਿਰ ਵੀ ਉੱਥੇ ਹੀ ਬਿਰਾਜੇ ਰਹੇ। ਉਹਨਾਂ ਮਹਾਤਮਾ ਦੇ ਮਨ ਵਿੱਚ ਬੜਾ ਅਚਰਜ ਹੋਇਆ ਕਿ ਐਸੀ ਅਖੰਡ ਸਮਾਧੀ ਹੈ। ਚਿੱਤ ਵਿੱਚ ਵਿਚਾਰ ਆਈ ਕਿ ਇਹਨਾਂ ਨਾਲ ਕੁਝ ਬਚਨ ਕਰੀਏ। ਇਸ ਵਿਚਾਰ ਨਾਲ ਬਾਬਾ ਜੀ ਪਾਸ ਆ ਕੇ ਬੈਠ ਗਏ, ਪਰ ਬਾਬਾ ਜੀ ਤਾਂ ਉਸ ਆਨੰਦ ਵਿੱਚ ਮਸਤ ਸਨ। ਕੁਝ ਚਿਰ ਬੈਠੇ ਰਹੇ, ਪਰ ਆਪ ਨੇ ਸਮਾਧੀ ਨਹੀਂ ਖੋਲ੍ਹੀ ਤੇ ਮਹਾਤਮਾ ਉੱਠ ਕੇ ਚਲੇ ਗਏ। ਜਾ ਕੇ ਆਪਣੀ ਮੰਡਲੀ ਵਾਲੇ ਸਾਧੂਆਂ ਨੂੰ ਕਹਿਣ ਲੱਗੇ, ਅੱਜ ਡੇਰਾ ਇੱਥੇ ਹੀ ਰੱਖਣਾ ਹੈ, ਇੱਥੋਂ ਜਾਣਾ ਨਹੀਂ। ਉਹਨਾਂ ਨੇ ਇਹਦਾ ਕਾਰਨ ਪੁੱਛਿਆ ਤਾਂ ਮਹਾਤਮਾ ਬੋਲੇ, ਜਿਹੜੇ ਉਹ ਸੰਤ ਕੱਲ੍ਹ ਦੇ ਸਮਾਧੀ ਤੋਂ ਨਹੀਂ ਉੱਠੇ, ਉਹਨਾਂ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਚੱਲਾਂਗੇ। ਇਸ ਤਰ੍ਹਾਂ ਕਹਿ ਕੇ ਮਹਾਤਮਾ ਨੇ ਡੇਰਾ ਉੱਥੇ ਹੀ ਰੱਖ ਲਿਆ ਤੇ ਉਡੀਕ ਕਰਨ ਲੱਗੇ ਕਿ ਬਾਬਾ ਜੀ ਕਦੋਂ ਸਮਾਧੀ ਵਿੱਚ ਉੱਠਦੇ ਹਨ। ਜਿਸ ਵਕਤ ਬਾਬਾ ਜੀ ਨੇ ਸਮਾਧੀ ਖੋਲ੍ਹੀ ਤਾਂ ਸੂਰਜ ਢਲ ਚੁੱਕਾ ਸੀ। ਉਸੇ ਵੇਲੇ ਮਹਾਤਮਾ ਨੇ ਦੇਖ ਕੇ ਬਾਬਾ ਜੀ ਪਾਸ ਆ ਗਏ ਤੇ ਨਮਸਕਾਰ ਕੀਤੀ।
ਨਾਲ ਹੀ ਮਹਾਤਮਾ ਦੇ ਇੱਕ ਦੋ ਹੋਰ ਸੇਵਕ ਆਏ। ਇਹ ਮਹਾਤਮਾ ਦੇ ਚੇਲੇ ਬੜੇ ਵਿਦਵਾਨ ਸਨ। ਮਹਾਤਮਾ ਤਾਂ ਨਮਸਕਾਰ ਕਰਕੇ ਬੈਠ ਗਏ, ਪਰ ਉਹ ਮਨ ਵਿੱਚ ਵਿਦਿਆ ਦਾ ਅਭਿਮਾਨ ਲਈ ਬੈਠੇ ਸਨ। ਉਹਨਾਂ ਸੇਵਕਾਂ ਦੇ ਮਨੋਭਾਵ ਨੂੰ ਪੜ੍ਹ ਕੇ ਬਾਬਾ ਜੀ ਨੇ ਸੰਸਕ੍ਰਿਤ ਦਾ ਇੱਕ ਸ਼ਲੋਕ ਪੜ੍ਹਿਆ, ਜਿਸ ਦਾ ਭਾਵ ਅਰਥ ਸੀ ਕਿ 4 ਵੇਦ ਪੜ੍ਹ ਲਏ, ਧਰਮ ਗ੍ਰੰਥ, ਅਨੇਕ ਸ਼ਾਸਤਰ ਵੀ ਪੜ੍ਹ ਲਏ, ਪਰੰਤੂ ਬ੍ਰਹਮ ਨੂੰ ਨਹੀਂ ਜਾਣਿਆ। ਕੋਈ ਸੁੱਖ ਨਹੀਂ ਮਿਲਿਆ। ਜਿਵੇਂ ਸਾਰੇ ਪਦਾਰਥਾਂ ਵਿੱਚ ਫਿਰਦੀ ਹੋਈ ਕੜਛੀ ਖਾਲੀ ਰਹਿ ਜਾਂਦੀ ਏ, ਕੋਈ ਸਵਾਦ ਨਹੀਂ ਦੱਸਦੀ। ਕੜਛੀਆਂ ਫਿਰਨ ਸੁਆਓ ਨ ਜਾਣਨ ਸੂਵੀਆਂ, ਸੇਈ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 521। ਇਹ ਬਚਨ ਤੋਂ ਬਾਅਦ ਮਹਾਤਮਾ ਤਾਂ ਨਮਸਕਾਰ ਕਰਨ ਲੱਗ ਪਏ, ਪਰ ਉਹਨਾਂ ਦਾ ਚੇਲਾ ਜੋ ਬੜਾ ਵਿਦਵਾਨ ਸੀ, ਉਸਨੇ ਪ੍ਰਸ਼ਨ ਕੀਤਾ, ਸੰਤ ਜੀ ਮਹਾਰਾਜ, ਫਿਰ ਵਿਦਵਾਨ ਲੋਕ ਕੀ ਹੋਏ? ਬਾਬਾ ਜੀ ਨੇ ਇੱਕ ਹੋਰ ਸ਼ਲੋਕ ਪੜ੍ਹਿਆ ਕਿ ਸ਼ਾਸਤਰ ਵੀ ਬਹੁਤ ਹਨ। ਜਿਸ ਬ੍ਰਹਮ ਨੂੰ ਪ੍ਰਾਪਤ ਕਰਨਾ ਹੈ ਉਸ ਦਾ ਵੀ ਕੋਈ ਅੰਤ ਨਹੀਂ ਹੈ। ਹੋਰ ਸਮਾਂ ਬਹੁਤ ਥੋੜ੍ਹਾ ਹੈ, ਪਤਾ ਨਹੀਂ ਕਦੋਂ ਮੌਤ ਆ ਜਾਵੇ। ਵਿਘਨ ਬਹੁਤ ਪੈਂਦੇ ਹਨ। ਗ੍ਰੰਥਾਂ ਵਿੱਚ ਜੋ ਸਾਰ ਵਸਤੂ ਹੈ ਉਸ ਨੂੰ ਪ੍ਰਾਪਤ ਕਰੋ, ਜਿਵੇਂ ਹੰਸ ਦੁੱਧ ਵਿੱਚੋਂ ਪਾਣੀ ਨੂੰ ਵੱਖ ਕਰ ਲੈਂਦਾ ਹੈ। ਇਹ ਬਚਨ ਸੁਣ ਕੇ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਅਤੇ ਸਭ ਮਹਾਤਮਾ ਬੈਠ ਗਏ। ਹੋਰ ਬਚਨ ਵਿਲਾਸ ਹੁੰਦੇ ਰਹੇ। ਬਾਅਦ ਵਿੱਚ ਬਾਬਾ ਜੀ ਨੂੰ ਜਲ ਪਾਣੀ ਪੁੱਛਿਆ। ਆਪ ਨੇ ਕਿਹਾ, ਜੋ ਕੁਝ ਤਿਆਰ ਹੈ ਲਿਆ ਦਿਓ, ਨਹੀਂ ਤਾਂ ਕੋਈ ਇੱਛਾ ਨਹੀਂ। ਜੋ ਕੁਝ ਉਸ ਵੇਲੇ ਤਿਆਰ ਸੀ ਲਿਆ ਦਿੱਤਾ। ਆਪ ਨੇ ਛਕ ਲਿਆ। ਬਾਅਦ ਵਿੱਚ ਉਸ ਮਹਾਤਮਾ ਨੇ ਆਪਣੇ ਚੇਲਿਆਂ ਨੂੰ ਸੰਬੋਧਨ ਕਰਕੇ ਕਿਹਾ, ਬੱਚਿਓ, ਇਹ ਬਹੁਤ ਹੀ ਮਹਾਨ ਜੋਗੀ ਰਾਜ ਮਹਾਤਮਾ ਹਨ। ਇਹਨਾਂ ਨੂੰ ਐਵੇਂ ਨਾ ਸਮਝ ਲਿਓ। ਤੁਸੀਂ ਵਿਦਵਾਨ ਜ਼ਰੂਰ ਹੋ, ਪਰ ਪਰਮ ਤੱਤ ਦੀ ਪ੍ਰਾਪਤੀ ਤੁਹਾਨੂੰ ਅਜੇ ਨਹੀਂ ਹੋਈ। ਜੋ ਭਗਵਾਨ ਕ੍ਰਿਸ਼ਨ ਨੇ ਗੀਤਾ ਵਿੱਚ ਪੂਰਨ ਪੁਰਖਾਂ ਦੇ ਲੱਛਣ ਦੱਸੇ ਹਨ, ਉਹ ਤੁਸੀਂ ਸਾਰੇ ਪੜ੍ਹੇ ਤਾਂ ਹਨ। ਅੱਜ ਤੁਸੀਂ ਪ੍ਰਤੱਖ ਰੂਪ ਵਿੱਚ ਸਾਹਮਣੇ ਬੈਠੇ ਦੇਖ ਵੀ ਲਓ।